ਨਾ ਕਿਤੇ ਦੀ ਸਵਾਰਜ ਦੀ ਲੋੜ ਪਈ, ਨਾ ਕਿਤੇ ਗੱਲਬਾਤ। ਬੈਂਕ ਆਫ ਪੰਜਾਬ ਪੱਤੋਗੀ ਅਸੀਂ ਉੱਥੋਂ ਲਿਆ। ਇਹਦੇ ਲਈ ਇਹ ਜ਼ਮੀਨ ਪਲੱਜ ਨਹੀਂ ਕਰਦੇ, ਗਵਰਨਮੈਂਟ ਦੀ ਜਿਹੜੀ ਸਕੀਮ ਇਹਦੇ ਜ਼ਮੀਨ ਪਲੱਜ ਨਹੀਂ ਕਰਦੇ। ਇਹਦੇ ਜ਼ਮੀਨ ਤੁਹਾਡੇ ਨਾ ਹੋਵੇ, ਤੁਹਾਡੇ ਵਾਲਦ ਦੇ ਨਾ ਹੋਵੇ, ਫਿਰ ਵੀ ਤੁਹਾਨੂੰ ਮਿਲ ਸਕਦਾ। ਅੱਧਾ ਕਾਗਜ਼ ਤੇ ਜਾ ਕੇ ਆਪਦਾ ਰਿਕਾਰਡ ਦਿਓ, ਮੈਂ ਜ਼ਿਮੀਂਦਾਰ ਹਾਂ, ਇਹ ਜ਼ਮੀਨ ਫਰਜ਼ ਮੇਰੀ ਰਿਕਾਰਡ ਦੀ ਹੈ, ਨਾਲ ਉਹਦੇ ਨਾਲ 2 ਗਰੰਟੀ ਵਾਲੇ ਬੰਦੇ ਦੇਣੇ ਪੈਂਦੇ ਆ, ਠੀਕ ਹੈ ਨਾ ਜੀ। ਇਹ ਟਰੈਕਟਰ ਕਢਾਇਆ, ਇਹਦਾ ਅਸੀਂ ਪੈਸੇ ਜਮ੍ਹਾਂ ਕਰਾਏ ਨੇ 9,50,000 ਰੁਪਈਆ ਪਹਿਲਾਂ ਜਮ੍ਹਾਂ ਕਰਾਇਆ। अस्सलाम वालेकुम दोस्तों, अपना चैनल पीके ते खुश आमदीद कहने सारे भरावां नूं। दोस्तों लाहौर मार्केट दे विच मौजूद हाँ जी, अज चलो जी राणा फार्म इंडस्ट्री से मौजूद हाँ ते भाजी 385 ट्रैक्टर लिया भाजी हुणां ने बैंक के जरिए। तुहानूं पता कैश मार्केट बिल्कुल जीरो दी, जो भी कैश ट्रैक्टर सेल हो रहा बैंक वाला ही हो रहा है। बाकी मजीद भाई उन्होंने पुछ लेने जी इन्होंने की तरीकाकार है बैंक का ट्रैक्टर लैन का, तुहानूं मजीद मालूमात देने। अस्सलाम वालेकुम भाई। वालेकुम सलाम भाई की हाल, ठीक ठाक हो? अल्लाह दा करम। तो भाई की नाम है अपना? मेरा नाम शहबाज बशीर है, मेरा कज़न है जी। ਇਹਨੇ ਟਰੈਕਟਰ ਲਿਆ ਜ਼ਫਰ ਇਕਬਾਲ ਨੇ ਜੀ। ਅੱਛਾ ਭਾਈ, ਕਿਹੜੇ ਇਲਾਕੇ ਚੋਂ? ਇਹ ਅਸੀਂ ਪੱਤੋਗੀ ਦੇ ਇਲਾਕੇ ਆ ਜੀ, ਤਹਿਸੀਲ ਸਾਡੀ ਪੱਤੋਗੀ ਹੈ, ਪਿੰਡ ਸਾਡਾ ਬਹਿੜਵਾਲ ਹੈ। ਬਹਿੜਵਾਲ ਹੈ ਹਾਂਜੀ। ਇਹ ਬੰਦੇ ਕਾਫੀ ਨਾ ਜਾਂਦੇ ਯਾਰ ਅਸੀਂ ਜਾਈਦਾ ਬੈਂਕ ਦੇ ਵਿੱਚ, ਸਾਨੂੰ ਜ਼ਿਮੀਂਦਾਰ ਅੱਗੋਂ ਮਤਲਬ ਬੈਂਕ ਵਾਲੇ ਠਗਾ ਦਿੰਦੇ ਨੇ, ਕੋਈ ਸਕੀਮ ਨਹੀਂ ਹੈ। ਚਲੋ ਕਿਹੜੀ ਸਕੀਮ ਦੀ ਗੱਲ ਕਰਦੇ ਪਏ ਹੋ, ਇਹ ਤੁਹਾਨੂੰ ਕਿਵੇਂ ਮਿਲੀ ਜਾਣ ਡੇ ਨੇ? ਇਹ ਭਾਜੀ ਹੈ ਮੇਰਾ ਭਰਾ ਜ਼ਿਮੀਂਦਾਰ ਹੈ ਤੇ ਮੈਂ ਵੀ ਜ਼ਿਮੀਂਦਾਰ ਹਾਂ। ਹਾਂਜੀ ਠੀਕ ਹੈ ਜੀ। ਇਹਨਾਂ ਦੇ ਨਾਲ 12 ਕਨਾਲ ਜ਼ਮੀਨ ਹੈਗੀ ਹੈ। ਅੱਛਾ। ਬੈਂਕ ਨੇ ਸਾਡੇ ਕੋਲੋਂ ਗਰੰਟੀ ਮੰਗੀ, ਨਾਲ ਇਹ 10-15 ਕਿੱਲਿਆਂ ਦੀ ਹੋਰ ਵਾਈ ਕਰਦਾ ਹੈ। ਅੱਛਾ ਠੀਕ ਹੈ ਜੀ। ਬੈਂਕ ਨੇ ਕਿਹਾ ਜੀ ਸਾਡੀ ਆ ਕੇ ਜ਼ਮੀਨ ਚੈੱਕ ਕੀਤੀ, ਸਾਡਾ ਰਿਕਾਰਡ ਚੈੱਕ ਕੀਤਾ, ਉਹਦੇ ਮੁਤਾਬਕ ਅਸੀਂ ਜ਼ਿਮੀਂਦਾਰ ਹਾਂ। ਠੀਕ ਹੈ ਨਾ ਜੀ। ਜੇ ਅਸੀਂ ਉਹਦੇ ਲਈ ਅਪਲਾਈ ਕੀਤਾ, ਉਹਨਾਂ ਨੇ ਤਾਂ ਸਾਨੂੰ ਕੋਈ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ, ਨਾ ਮੇਰਾ ਰੂਟੀਨ ਨਾਲ ਆਪਦਾ ਕੰਮ ਹੋ ਗਿਆ, ਨਾ ਕਿਤੇ ਦੀ ਸਵਾਰਜ ਦੀ ਲੋੜ ਪਈ, ਨਾ ਕਿਤੇ ਗੱਲਬਾਤ। ਬੈਂਕ ਆਫ ਪੰਜਾਬ ਪੱਤੋਗੀ ਅਸੀਂ ਉੱਥੋਂ ਲਿਆ। ਕਮ ਸੇ ਕਮ ਕਿੰਨੀ ਜ਼ਮੀਨ ਹੋਣੀ ਚਾਹੀਦੀ? ਜ਼ਮੀਨ ਇਹਦੇ ਲਈ ਇਹ ਜ਼ਮੀਨ ਪਲੱਜ ਨਹੀਂ ਕਰਦੇ, ਗਵਰਨਮੈਂਟ ਦੀ ਜਿਹੜੀ ਸਕੀਮ ਇਹਦੇ ਜ਼ਮੀਨ ਪਲੱਜ ਨਹੀਂ ਕਰਦੇ। ਇਹਦੇ ਜ਼ਮੀਨ ਤੁਹਾਡੇ ਨਾ ਹੋਵੇ, ਤੁਹਾਡੇ ਵਾਲਦ ਦੇ ਨਾ ਹੋਵੇ, ਫਿਰ ਵੀ ਤੁਹਾਨੂੰ ਮਿਲ ਸਕਦੀ। ਠੀਕ ਹੈ। ਅਗਰ ਵਾਲਦ ਦੇ ਨਾਂ ਵੀ ਜ਼ਮੀਨ ਹੈ, ਭਾਈ ਦੇ ਨਾਂ ਵੀ ਜ਼ਮੀਨ ਹੈ, ਤੇ ਤੁਹਾਨੂੰ ਟਰੈਕਟਰ ਮਿਲ ਸਕਦਾ। ਲੇਕਿਨ ਉਮਰ ਤੁਹਾਡੀ 45 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੇ 22 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਭਾਜੀ ਇਸ ਤੋਂ ਇਲਾਵਾ ਮਜ਼ੀਦ ਨਾ ਕਾਫੀ ਜ਼ਿਆਦਾ ਅੱਜ ਕੱਲ੍ਹ ਸਾਰਾ ਚੱਕਰ ਹੀ ਸਾਰਾ ਜਿਹੜਾ ਨਾ ਬੈਂਕ ਵਾਲੇ ਟਰੈਕਟਰ ਸੇਲ ਹੋ ਰਹੇ ਨੇ। ਹਾਂਜੀ। ਉਸ ਦਿਨ ਭਾਈ ਹੋਣੀ ਆਏ, ਉਹਨਾਂ ਨੇ ਕਿਹਾ ਅਸੀਂ ਜ਼ਮੀਨ ਪਲੰਜ ਕਰਵਾਈ, ਤੁਸੀਂ ਕਿਹਾ ਪਲੰਜ ਨਹੀਂ ਕਰਵਾਉਣੀ ਪੈਂਦੀ। ਇਹ ਕੀ? ਉਹ ਮੈਂ ਤੁਹਾਨੂੰ ਦੱਸਦੀ ਨੇ, ਜਿਹੜੀ ਗਵਰਨਮੈਂਟ ਦੀ ਸਕੀਮ ਹੈ ਨਾ ਜੀ, ਆਪਣਾ ਪੰਜਾਬ ਬੈਂਕ ਦੀ। ਹਾਂਜੀ। ਪੰਜਾਬ ਬੈਂਕ ਜ਼ਮੀਨ ਪਲੱਜ ਨਹੀਂ ਕਰਦਾ। ਅੱਛਾ। ਜਿਹੜੇ ਬੈਂਕ ਵਾਲੇ ਹਬੀਬ ਹੋ ਗਿਆ, ਬੈਂਕ ਦੂਸਰੇ ਹੋ ਗਏ, ਸਹੀ ਤਰੱਕੀਆਤੀ ਬੈਂਕ ਹੋ ਗਿਆ, ਉਹ ਜ਼ਮੀਨ ਪਲੱਜ ਕਰਦੇ ਨੇ। ਠੀਕ ਹੈ। ਠੀਕ ਹੈ ਨਾ ਜੀ। ਇਹ ਦਰਅਸਲ ਬੜਾ ਅੱਛਾ ਇਕਦਾਮ ਹੈ, ਜਿਹੜੇ ਨੌਜਵਾਨ ਨੇ ਉਹਨਾਂ ਲਈ ਇਹ ਬੜੀ ਆਸਾਨੀ ਅੱਗੇ ਜ਼ਿਮੀਂਦਾਰਾਂ ਲਈ। ਟਰੈਕਟਰ ਲੈਣਾ ਅੱਜ ਕੱਲ੍ਹ ਕੋਈ ਆਸਾਨ ਨਹੀਂ। ਹਾਂਜੀ। ਕੈਸ਼ ਤੇ ਬਹੁਤ ਮੁਸ਼ਕਲ ਹੋ ਗਿਆ ਕੰਮ ਜੀ। 36 ਲੱਖ ਦਾ ਟਰੈਕਟਰ ਹੈ ਤੇ ਲੈਣਾ ਬੜਾ ਮੁਸ਼ਕਲ ਹੈ। ਤੇ ਮੁੱਲ ਨਾਲ ਪੈਲੀਆਂ ਵਹਾਈਆਂ ਨਹੀਂ ਜਾਂਦੀਆਂ, ਡੀਜ਼ਲ ਬਹੁਤ ਮਹਿੰਗਾ ਹੋ ਗਿਆ। ਬਹੁਤ ਮਹਿੰਗਾ ਹੋ ਗਿਆ। ਉਹਦੀ ਵਜ੍ਹਾ ਨਾਲ ਫਿਰ ਆਪਦਾ ਟਰੈਕਟਰ ਹੋਵੇ ਨਾ, ਚਲੋ ਕੋਈ ਅੱਧ ਦਾ ਬਚਦਾ ਨਾ, ਬਚ ਜਾਂਦਾ। ਚਲੋ ਬੰਦਾ ਕੋਈ ਹੋਰ ਨਾਲ ਕਿਰਾਏ ਦਾ ਕੰਮ ਕਰ ਲੈਂਦਾ। ਬਿਲਕੁਲ ਸਹੀ ਗੱਲ। ਇਹ ਵਜ੍ਹਾ ਦੀ ਪਰੋਂ ਇਹ ਟਰੈਕਟਰ ਲਿਆ ਗਿਆ। ਅੱਛਾ। ਤੇ ਇਹ ਭਾਈ ਕਿੰਨੇ ਸਾਲਾਂ ਦਾ ਪਲਾਨ ਹੈ? ਇਹ ਸਰ ਜੀ 7 ਸਾਲ ਦਾ ਪਲਾਨ ਹੈ ਜਿਹੜਾ ਅਸੀਂ ਲਿਆ ਹੈ। ਅੱਛਾ। ਤੇ ਇਹਦੀ ਕੋਈ ਜ਼ਮਾਨਤੀ ਦੇਣੀ ਪੈਂਦੀ ਹੈ? ਪਲਾਂਜ ਨਹੀਂ ਜ਼ਮਾਨਤੀ 2 ਗਰੰਟਰ ਹੁੰਦੇ ਨੇ ਜੀ ਇਹਨਾਂ ਦੇ। ਸਾਦਾ ਕਾਗਜ਼ ਤੇ ਜਾ ਕੇ ਆਪਦਾ ਰਿਕਾਰਡ ਦਿਓ, ਮੈਂ ਜ਼ਿਮੀਂਦਾਰ ਹਾਂ, ਇਹ ਜ਼ਮੀਨ ਫਰਜ਼ ਮੇਰੀ ਰਿਕਾਰਡ ਦੀ ਹੈ, ਨਾਲ ਉਹਦੇ ਨਾਲ 2 ਗਰੰਟੀ ਵਾਲੇ ਬੰਦੇ ਦੇਣੇ ਪੈਂਦੇ ਆ। ਠੀਕ ਹੈ ਨਾ ਜੀ। ਇਹ ਟਰੈਕਟਰ ਕਢਾਇਆ, ਇਹਦਾ ਅਸੀਂ ਪੈਸੇ ਜਮ੍ਹਾਂ ਕਰਾਏ ਨੇ 9,50,000 ਰੁਪਈਆ ਪਹਿਲਾਂ ਜਮ੍ਹਾਂ ਕਰਾਇਆ ਐਡਵਾਂਸ। ਬਾਕੀ ਬੈਂਕ ਨੇ ਪੈਸੇ ਦਿੱਤੇ ਆ 25,98,000 ਰੁਪਈਆ। ਠੀਕ ਹੈ। ਤੇ ਤੁਸੀਂ ਮੰਥਲੀ ਕੀਤੀ ਹੈ ਕਿਸ਼ਤ ਜਾਂ ਇਹ ਜੀ ਮੰਥਲੀ ਕਿਸ਼ਤਾਂ ਦੀ 40,000 41,000 ਰੁਪਈਆ ਕਿਸ਼ਤ ਹਰ ਮਹੀਨੇ ਦੀ ਇਨਸ਼ਾਅੱਲਾ ਦੇਵਾਂਗੇ। ਅੱਛਾ। ਇਹ ਬਹੁਤ ਚੰਗੀ, ਜਿਹੜਾ ਜ਼ਮੀਨ ਪਲੰਜ ਨਹੀਂ ਕਰਾਉਣੀ ਪੈਂਦੀ। ਕੱਲ ਬੰਦੇ ਦਾ ਇੰਟਰਵਿਊ ਲਿਆ, ਉਹਨਾਂ ਕਿਹਾ ਭਾਈ ਇਹ ਜ਼ਮੀਨ ਪਲੰਜ ਕਰਵਾਈ। ਉਹ ਜਿਹੜੇ ਕਮਰਸ਼ੀਅਲ ਬੈਂਕ ਨੇ ਨਾ ਜੀ, ਦੂਸਰੇ ਰਹੀ ਤਰੱਕੀਆਤੀ ਬੈਂਕ ਹੋ ਗਿਆ, ਬੈਂਕ ਅਲ ਹਬੀਬ ਹੋ ਗਿਆ, ਬੈਂਕ UBL ਹੋ ਗਿਆ, ਇਹ ਸਾਰੇ ਬੈਂਕ ਜਿਹੜੇ ਨੇ ਜ਼ਮੀਨ ਪਲੰਜ ਕਰਦੇ ਨੇ। ਠੀਕ ਹੈ ਨਾ ਜੀ। ਤੇ ਇਹਨੂੰ ਆਪਣਾ ਜਿਹੜਾ ਪੰਜਾਬ ਬੈਂਕ ਹੈ, ਇਹਨੂੰ PM ਸਕੀਮ ਦੇ ਤਹਿਤ ਵੀ ਦੇ ਰਿਹਾ ਹੈ, ਸਟੇਟ ਬੈਂਕ ਦੀ ਸਕੀਮ ਦੇ ਤਹਿਤ ਵੀ ਇਹ ਦੇ ਰਿਹਾ ਹੈ, ਤੇ ਬੜੀ ਆਸਾਨੀ ਨਾਲ ਸਾਨੂੰ ਮਿਲ। ਅੱਛਾ। ਤੇ ਇਹਦਾ ਕੀ ਤਰੀਕਾਕਾਰ ਹੈ? ਆਨਲਾਈਨ ਅਪਲਾਈ ਕਰਨਾ ਪੈਂਦਾ ਬੈਂਕ 'ਚ ਜਾ ਕੇ? ਤੁਸੀਂ ਬੈਂਕ ਜਾ ਕੇ ਤੇ ਆਪਦੇ ਡਾਕੂਮੈਂਟ ਦਿਓ, ਤੁਹਾਡਾ ਉੱਥੇ ਐਪਲੀਕੇਸ਼ਨ ਅਪਲਾਈ ਕਰ ਦੇ। ਅੱਛਾ। ਕਿੰਨੀ ਦੇਰ 'ਚ ਕਰਜ਼ਾ ਪਾਸ ਹੋ ਜਾਂਦਾ? ਇਹ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਵੀ 1.5 ਮਹੀਨਾ ਜਾਂ 2 ਮਹੀਨੇ ਲੱਗਦੇ ਨੇ। 1.5-2 ਮਹੀਨੇ ਤੁਹਾਨੂੰ ਡਿਮਾਂਡ ਡਰਾਫਟ ਮਿਲੇਗਾ? ਡਿਮਾਂਡ ਡਰਾਫਟ ਮਿਲ ਜਾਂਦਾ ਹੈ। ਤੇ ਡਿਮਾਂਡ ਡਰਾਫਟ ਡਾਕੂਮੈਂਟਸ ਪੂਰੇ ਹੋ ਕੇ ਫੌਰੀ ਤੌਰ ਤੇ ਤੁਹਾਡਾ ਕੇਸ ਅਪਰੂਵ ਹੋ ਜਾਂਦਾ ਹੈ। ਅੱਛਾ। ਡਿਮਾਂਡ ਡਰਾਫਟ ਤੁਹਾਨੂੰ ਕਦੋਂ ਮਿਲ ਗਿਆ ਸੀ? ਡਿਮਾਂਡ ਡਰਾਫਟ ਸਾਨੂੰ ਮਿਲ ਗਿਆ ਸੀ ਤਕਰੀਬਨ ਸਾਨੂੰ 42 ਦਿਨ ਬਾਅਦ ਡਿਮਾਂਡ ਡਰਾਫਟ ਮਿਲ ਗਿਆ ਸੀ। ਅੱਛਾ। ਕੋਈ ਡੇਟ ਯਾਦ ਹੈ ਜਿੱਦਣ ਤੁਸੀਂ ਬੁੱਕ ਕਰਵਾਇਆ ਕੰਪਨੀੋਂ? ਇਹ ਅਸੀਂ ਬੁੱਕ ਕਰਵਾਇਆ ਜੇ ਸਤੰਬਰ ਦਾ ਮਹੀਨਾ ਸੀ। ਅੱਛਾ ਜੀ। ਅਕਤੂਬਰ ਦਾ ਮਹੀਨਾ ਸੀ। ਅੱਛਾ। ਅਕਤੂਬਰ। ਜਦੋਂ ਅਸੀਂ ਇਹਨੂੰ ਬੁੱਕ ਕਰਵਾਇਆ ਤੇ 11 ਨਵੰਬਰ ਸਾਡੀ ਡੇਟ ਸੀਗੀ ਬੁਕਿੰਗ ਦੀ। ਅੱਛਾ। 11 ਨਵੰਬਰ ਨੂੰ ਬੁੱਕ ਕਰਵਾਇਆ ਬਗੈਰ ਪੇਮੈਂਟ ਤੋਂ, ਬਗੈਰ ਡਰਾਫਟ ਤੋਂ ਅਸੀਂ ਇਹ ਬੁੱਕ ਕਰਵਾ ਦਿੱਤਾ। ਠੀਕ ਹੈ। ਜਦੋਂ ਸਾਡਾ ਡਰਾਫਟ ਆ ਗਿਆ, ਸਾਡਾ ਬੁਕਿੰਗ ਨੰਬਰ ਲੱਗਾ ਹੋਇਆ ਸੀ। ਠੀਕ ਹੈ। ਉਸ ਬੁਕਿੰਗ ਨੰਬਰ ਦੇ ਤਹਿਤ ਸਾਨੂੰ ਟਰੈਕਟਰ ਮਿਲ ਗਿਆ।
ਅੱਛਾ ਤਕਰੀਬਨ ਕਿੰਨੇ ਦਿਨ ਬਾਅਦ ਮਿਲ ਗਿਆ ਡਿਮਾਂਡ ਡਰਾਫਟ ਇਹ ਜਮ੍ਹਾਂ ਅੱਜ ਤੁਸੀਂ ਕਰਾਏ? ਹਿਸਾਬ ਲਾ ਲਓ ਕਿ ਡਿਮਾਂਡ ਡਰਾਫਟ ਅਸੀਂ ਦਿੱਤਾ ਜੇ 10 ਨਵੰਬਰ ਨੂੰ। ਨਵੰਬਰ ਨੂੰ ਤੇ ਅੱਜ ਹੋ ਗਈ ਹੈ ਇੱਕ ਹੋ ਗਈ ਇਹ ਦਸੰਬਰ। ਜਿਹੜੀਆਂ ਛੁੱਟੀਆਂ ਵਿੱਚ ਪਈਆਂ ਨੇ ਦਸੰਬਰ ਸ਼ੁਰੂ ਹੋ ਗਿਆ। ਮੌਸਮ ਦੀ ਖਰਾਬੀ ਦੀ ਵਜ੍ਹਾ ਨਾਲ ਜਿਹੜੀਆਂ ਛੁੱਟੀਆਂ ਪਈਆਂ ਸਾਨੂੰ, ਹਾਂਜੀ ਹਾਂਜੀ ਉਹਦੀ ਵਜ੍ਹਾ ਨਾਲ ਫਿਰ ਕੱਲ ਸਾਨੂੰ ਉਹਨੇ ਨੋਟੀਫਿਕੇਸ਼ਨ ਦੇ ਦਿੱਤਾ ਕਿ ਤੁਹਾਡਾ ਟਰੈਕਟਰ ਆ ਗਿਆ ਹਾਂ। ਤੇ ਆਹ ਟਰੈਕਟਰ ਅਲਹਮਦੁਲਿਲਾ ਆ ਗਿਆ, ਅਸੀਂ ਇਹਨੂੰ ਲੈ ਕੇ ਚੱਲੇ। ਇਹ ਜੀ ਗੱਲ ਪਤਾ ਕੀ ਹੈ, ਕੈਸ਼ ਟਰੈਕਟਰ ਹੁਣ ਇਹ ਤਕਰੀਬਨ ਹੈ ਵਾ 35 ਲੱਖ ਰੁਪਏ ਦਾ ਕੈਸ਼ ਹੈ। 35 ਲੱਖ ਦਾ ਕੈਸ਼। ਠੀਕ ਹੈ ਹਾਂਜੀ। ਇਹ ਕੈਸ਼ ਤੁਸੀਂ ਲਓ ਤਕਰੀਬਨ ਤੁਹਾਡਾ 7 ਸਾਲ ਦਾ ਪਲਾਨ 6 ਸਾਲ ਇਹ ਦਾ 7 ਸਾਲ ਦਾ ਪਲਾਨ ਹੈ। 7 ਸਾਲਾਂ ਬਾਅਦ ਟਰੈਕਟਰ ਤੁਸੀਂ ਚੈੱਕ ਕਰਿਓ ਕਿੱਥੇ ਜਾਂਦਾ ਹੈ। ਉਹ ਬਿਲਕੁਲ ਜੀ ਐਵੇਂ ਗੱਲ ਹੈ। ਦੁਗਣਾ ਤਿਗਣਾ ਰੇਟ ਹੋ ਜਾਣਾ ਕਿ ਬਿਲਕੁਲ ਨਹੀਂ? ਦੁਗਣਾ ਤਿਗਣਾ ਰੇਟ ਹੋ ਜਾਂਦਾ। ਤੇ 7% ਨਹੀਂ ਸਮਝੋ ਮਾਈਨਸ 7 ਮਾਈਨਸ ਸਾਲ ਤੇ। ਹਾਂਜੀ ਇਹ ਬੜਾ ਵੈਸੇ ਚੰਗਾ ਕਦਮ ਚੱਕਿਆ ਹੈ, ਹਾਂਜੀ। ਕਿਉਂਕਿ ਰੇਟ ਆਫ ਇੰਟਰਸਟ ਜਿਹੜਾ ਅੱਜ ਕੱਲ 29% ਹੈ ਕਮਰਸ਼ੀਅਲ ਬੈਂਕਾਂ ਦਾ, ਹਾਂਜੀ ਤੇ ਹਾਂਜੀ ਕੋਈ ਬੰਦਾ ਨਹੀਂ ਲੈ ਸਕਦਾ। ਕਾਫੀ ਜਿਹੜੇ ਵਿੱਚ ਕਾਫੀ ਭਾਈ ਕਮੈਂਟ ਥੱਲੇ ਕਰਦੇ ਨੇ ਯਾਰ ਇਹ ਸੂਰ ਜੀ ਪੈ ਜਾਂਦਾ, ਸੂਰ ਤੇ ਹਰਾਮ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਇਹ ਗੱਲ ਇਹ ਆ ਕਿ ਜਿਹੜਾ ਨਵਾਂ ਸ਼ਰੀ ਦਾ ਬਣਿਆ ਨਾ ਜੀ ਆਪਣਾ ਇਹਦਾ ਕਿਰਾਏਦਾਰੀ ਦਾ ਕਾਨੂੰਨ, ਹਾਂਜੀ ਹਾਂਜੀ ਉਹਦੇ ਤਹਿਤ ਤਕਰੀਬਨ ਇਹ ਠੀਕ ਹੈ। ਅੱਛਾ ਅੱਛਾ ਜਾਇਜ਼ ਹੈ। ਜਾਇਜ਼ ਹੈ। ਅੱਛਾ। ਯਾਨੀ ਕਿ ਕਿਰਾਏਦਾਰੀ ਦਾ ਜਿਹੜਾ ਤੁਸੀਂ ਮੈਦਾਨ ਬੈਂਕ ਵਾਲਾ ਕਿਰਾਏਦਾਰੀ ਵਾਲਾ ਸਮਝ ਲਓ, ਹਾਂਜੀ, ਹਾਂਜੀ, ਕਿਰਾਏਦਾਰੀ ਦੂਸਰਾ ਵਾਲਾ। ਸਮਝ ਲਓ, ਉਸ ਹਿਸਾਬ ਨਾਲ ਇਹ ਠੀਕ ਠੀਕ ਹੈ ਠੀਕ ਠੀਕ ਹੈ ਨਾ ਜੀ। ਠੀਕ ਹੋ ਗਿਆ। ਇੱਕ ਜ਼ਰੂਰਤ ਪੂਰੀ ਹੋ ਜਾਂਦੀ, ਇੱਕ ਬੰਦਾ ਕਿਸੇ ਦਾ ਮੁਹਤਾਜ ਨਹੀਂ। ਮੁਹਤਾਜ ਨਹੀਂ ਰਹਿੰਦਾ ਭਾਈ। ਗੱਲ ਪਤਾ ਕਿ ਜ਼ਮੀਨਦਾਰਾ ਕਰਨਾ ਅੱਜ ਕੱਲ੍ਹ ਇਹ ਤੋਂ ਬਗੈਰ ਗੁਜ਼ਾਰਾ ਹੀ ਨਹੀਂ ਹੈ। ਬਿਲਕੁਲ ਠੀਕ ਜੀ ਹੈ ਨਾ? ਬਿਲਕੁਲ ਐਵੇਂ ਗੱਲ ਹੈ। ਤੇ ਕਿਵੇਂ ਟਾਇਰ ਟੂਰ ਚੈੱਕ ਕੀਤੇ ਨੇ, ਚੈਕਿੰਗ ਵਗੈਰਾ ਕੀਤੀ ਬਿਲਕੁਲ ਸਾਰੇ? ਜੀ, ਮਾਲ ਉਹਨਾਂ ਦਾ ਇੱਕ ਨੰਬਰ ਹੀ ਹੁੰਦਾ ਜੀ ਮਿਲਤ ਵਾਲਿਆਂ ਦਾ। ਅੱਛਾ ਜੀ ਮਿਲਰ ਬਾਕੀ ਕਈਆਂ ਇਸਤੇਮਾਲ। ਲੋਕਾਂ ਨੂੰ ਖਦਸ਼ਾਤ ਹੁੰਦੇ ਨੇ। ਹਾਂਜੀ। ਮੈਂ ਅੱਜ ਤੱਕ ਟਰੈਕਟਰ ਜਿੰਨੇ ਇਸਤੇਮਾਲ ਕੀਤੇ ਜਾਂ ਇਹਨੇ ਕੀਤੇ ਆ, ਹਾਂਜੀ, ਅਸੀਂ ਹਾਂਜੀ। ਮਿਲਤ ਦੇ ਹੀ ਕੀਤੇ ਆ। ਅੱਛਾ ਮਿਲਤ ਕੰਪਨੀ ਮਤਲਬ ਤੁਹਾਡੀ ਫੇਵਰੇਟ ਹੈ? ਸਾਡੀ ਫੇਵਰੇਟ ਹੈ ਜੀ, ਸਾਨੂੰ ਹਰਫਨ ਮੌਲਾ ਹੈ ਜੀ। ਅੱਛਾ। ਇਹ ਟਰੈਕਟਰ ਲੈ ਉਹਦਾ ਮਗਰਲਾ ਹਿੱਸਾ ਟੁੱਟ ਜਾਂਦਾ ਹੈ। ਟੁੱਟ ਜਾਂਦਾ ਹੈ। 2 ਵਾਰੀ ਤੋੜਿਆ ਹੈ, ਹਾਂ। ਫਿਰ ਉਦੋਂ ਬਾਅਦ ਫੀਟ ਨਹੀਂ ਲਿਆ। ਫੀਟ ਨਹੀਂ ਲਿਆ। ਠੀਕ ਹੈ ਨਾ ਜੀ। ਰੂਸੀ ਅੱਧੇ ਪਿੰਡ ਨੂੰ ਚਲਾਉਣਾ ਨਹੀਂ ਆਉਂਦਾ, ਹਾਂ, ਬੰਦਾ ਹਾਂ। ਕਿਸੇ ਨੂੰ ਡਰਾਈਵਰ ਹੀ ਕਹਿ ਦਿੰਦਾ ਉਹ ਨਹੀਂ ਭਾਜੀ ਉਹ ਵੀ 65-70 ਲੱਖ ਦਾ ਕਿੱਥੋਂ ਤੇ ਲਈਏ? ਇਹ ਜਾ ਕੇ ਜਿਹੜਾ ਟਰੈਕਟਰ ਹੈ ਹਰ ਬੰਦਾ ਚਲਾ ਲੈਂਦਾ। ਇਹ ਆਲ ਰਾਊਂਡਰ ਹੈ ਜੀ। ਤੇ ਬੜਾ ਘੱਟਾ ਪਿਆ ਕਿ ਜੇ ਕਦੋਂ ਦੀ ਇਹ ਆਇਆ ਜੀ ਡਿਲੀਵਰੀ ਅਜੇ ਸਿੱਧੀ ਡਿਲੀਵਰੀ ਹੋਈ ਹੈ ਜੀ। ਇਹ ਕਿੱਥੋਂ ਕੇ ਸ਼ੋਰੂਮ ਦੇ ਥਰੂ ਬੁੱਕ ਇਹ ਉਹਨੇ ਹੋਇਆ ਜੀ ਸਿਰੇ ਕੰਪਨੀ ਤੋਂ ਸਿੱਧਾ ਆਇਆ ਜੀ ਬਾਹਰ। ਕੰਪਨੀ ਤੋਂ ਸਿੱਧਾ ਹੀ? ਕੰਪਨੀ ਤੋਂ ਸਿੱਧਾ ਬਾਹਰ। ਇਹ ਘੱਟਾ ਇਹਨਾਂ ਕਿਵੇਂ ਪੈ ਗਿਆ ਇਹਨਾਂ? ਇਹ ਕੱਟਾ ਜੀ ਉੱਥੇ ਤਿਆਰ ਹੋ ਕੇ ਖੜਾ ਸੀ ਬਾਹਰ ਹੀ, ਕਿਉਂਕਿ ਅੰਦਰ ਕੋਈ ਛਾਂ ਨਹੀਂ ਹੈ, ਹਾਂ। ਕੋਈ ਜਗ੍ਹਾ ਨਹੀਂ ਹੈ, ਗਰਾਜ ਨਹੀਂ ਹੈਗਾ, ਹਾਂਜੀ ਬਾਹਰ ਹੀ ਲਾਉਂਦੇ। ਅੱਛਾ ਅੱਛਾ। ਤੇ ਕੋਈ ਮਜ਼ੀਦ ਕੋਈ ਕੰਪਨੀ ਨੂੰ ਮਸ਼ਵਰਾ ਦੇਣਾ ਚਾਹੋ ਕਿ ਮਜ਼ੀਦ ਬਿਹਤਰੀ ਰਜਾਉਣੀ ਚਾਹੀਦੀ ਹੋਏ? ਇਹ ਬਿਹਤਰੀ ਇਹਦੇ ਚ ਇਹ ਸੀ ਕਿ ਅੱਗੇ ਇਸਤੇਮਾਲ ਕਰਦੇ ਸੀ ਪਰਕਣ ਦਾ ਇੰਜਨ, ਹਾਂ ਉਹ ਬੜੀ ਸ਼ੈ ਹੁੰਦੇ ਸੀਗੇ, ਲੇਕਿਨ ਅਸੀਂ ਇਹਨਾਂ ਨੂੰ ਵੀ ਇਸਤੇਮਾਲ ਕਰਕੇ ਵੇਖਿਆ। ਹਾਂਜੀ, ਚਲੋ ਉਹਨਾਂ ਦਾ ਮੁਕਾਬਲਾ ਨਹੀਂ, ਲੇਕਿਨ ਬਹੁਤ ਫਿਰ ਵੀ ਅੱਛੇ ਨੇ। ਹਾਂਜੀ ਹਾਂਜੀ ਹਾਂਜੀ। ਉਹ ਤੇ ਹੁਣ ਨਹੀਂ ਮਿਲ ਸਕਦੇ, ਉਹਦੇ ਇੱਕ ਸਮਝ ਲਓ ਖੁਆਇਸ਼ ਹੀ ਰਹਿ ਗਈ ਹਾਂਜੀ, ਜ਼ਿਮੀਂਦਾਰ ਅਸੀਂ ਉਹ ਦੀ। ਕਹੀਏ ਤੇ ਉਹ ਹੁਣ ਤਾਂ ਸਾਨੂੰ ਮਿਲੇਗਾ 70-80 ਲੱਖ ਦਾ। ਉਹ ਜੀ ਬਹੁਤ ਮਹਿੰਗਾ ਜੀ ਉਹ ਬਸ ਕੰਮ। ਇਹ ਗੱਲ ਹੈ, ਬਾਕੀ ਸਹੀ ਚੱਲ ਰਿਹਾ। ਹਾਂ ਚਲੋ ਜੀ। ਟਾਇਰ ਪੈਂਥਰ ਤੇ ਮਿਲੇ ਨਾਲ? ਟਾਇਰ ਪੈਂਥਰ ਦੇ ਨੇ। ਪੈਂਥਰ ਟਾਇਰ ਕੈਸਾ ਫਿਰ? ਅੱਛਾ ਚੱਲਿਆ ਜੀ, ਪਿਛਲੇ 2 ਟਰੈਕਟਰ ਵੀ ਨੇ ਮੇਰੇ ਕੋਲੇ, ਉਹ ਵੀ ਇਹੀ ਚੱਲ। ਤੇ ਜ਼ਮੀਨਦਾਰ ਦੇ ਵਿੱਚ ਟਾਇਰ ਕਿਹੜਾ ਬੈਸਟ 에ਅਰ ਤੁਸੀਂ ਕਾਫੀ ਜ਼ਿਆਦਾ ਇਸਤੇਮਾਲ ਕੀਤਾ ਹੈ ਟਾਇਰ ਟਾਇਰ? ਜੀ ਆ ਟਾਇਰਾਂ ਨਾਲ ਸਾਹ ਆ ਜਾਂਦਾ, ਕਈ ਟਾਇਰ ਇਹ ਚ ਹੁੰਦੇ ਉਹਨਾਂ ਦੀ ਗੁੱਡੀ ਜ਼ਿਆਦਾ ਹੁੰਦੀ ਹੈ, ਹਾਂਜੀ ਹਾਂਜੀ। ਉਹ ਫਿਰ ਟਰੈਕਟਰ ਦੀ ਜਾਨ ਨਹੀਂ, ਇੰਜਨ ਤੇ ਲੋਡ ਹੀ ਪੈਂਦੀ। ਲੋਡ ਪੈਂਦਾ ਹੈ। ਇਹ ਇਹ ਸਾਨੂੰ ਜਰਨਲ ਦੇ ਕਰ ਲਓ, ਪੈਂਥਰ ਤੇ ਕਰ ਲਓ, ਇਹਨਾਂ ਟਰੈਕਟਰ ਨੂੰ ਸਾਹ ਆ ਜਾਂਦਾ, ਸਾਹ ਆ ਜਾਂਦਾ, ਸੌਖੇ ਚੱਲਦਾ ਟਰੈਕਟਰ। ਸੌਖਾ ਚੱਲਦਾ। ਹਾਂਜੀ ਹਾਂਜੀ ਉਹਦੇ ਇੰਜਨ ਨੂੰ ਸਾਹ ਨਹੀਂ ਆਉਂਦਾ। ਹਾਂਜੀ ਠੀਕ ਹੈ ਭਾਜੀ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਤੇ ਹੁਣ ਕਿਵੇਂ ਲੋਡ ਕਰੋਗੇ ਕਿ ਇਸ ਤਰ੍ਹਾਂ ਇਹ ਟਰੱਕ ਆ ਗਿਆ ਜੀ ਤੇ ਇਹਦੇ ਤੇ ਲੋਡ ਕਰਨ ਲੱਗੇ। ਇਹ ਕੰਪਨੀ ਪਹਿਲਾਂ ਇਹ ਆਂਦੀ ਲੋਡ ਕਰਕੇ ਲੈ ਕੇ ਜਾਓ? ਨਹੀਂ, ਅਸੀਂ ਇਹਨੂੰ ਲੋਡ ਕਰਕੇ ਲਿਜਾਣਾ ਹੈ, ਅੱਛਾ ਕਿਉਂਕਿ ਰੋਡ ਤੇ ਬਗੈਰ ਰਜਿਸਟ੍ਰੇਸ਼ਨ ਤੋਂ ਗੱਡੀ ਨਹੀਂ ਚਲਾਉਣੀ ਚਾਹੀਦੀ। ਹਾਂਜੀ ਅਸੀਂ ਹਾਂਜੀ ਕਾਨੂੰਨ ਨੂੰ ਫਾਲੋ ਕਰਦੇ। ਬਿਲਕੁਲ ਠੀਕ ਹੈ ਜੀ ਭਾਈ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਲਓ ਜੀ ਭਾਜੀ ਲਾਹੌਰ ਮਾਰਕੀਟ ਦੇ ਵਿੱਚ ਮੌਜੂਦ ਆ ਜੀ, ਤੇ ਮਾਸ਼ਾਅੱਲਾ ਭਾਈ ਉਹਨਾਂ ਨੇ 385 ਟਰੈਕਟਰ ਲਿਆ ਜੀ ਬੈਂਕ ਦੇ ਥਰੂ, ਤੇ ਅੱਜ ਇਹਨਾਂ ਨੂੰ ਡਿਲੀਵਰੀ ਮਿਲ ਗਈ ਹੈ। ਤੇ ਮਾਸ਼ਾਅੱਲਾ ਚੈੱਕ ਕਰੋ ਜੀ, ਟਰੈਕਟਰ ਲੋਡਿੰਗ ਵਗੈਰਾ ਲਈ ਤਿਆਰ ਨੇ ਭਾਈ ਹੁਣੀ। ਆ ਚੈੱਕ ਕਰੋ, ਇਹ ਵੀ ਲੋਡਿੰਗ ਲਈ ਕਰੇ ਨੇ। ਇਸ ਤੋਂ ਇਲਾਵਾ ਰਾਣਾ ਫਾਰਮ ਇੰਡਸਟਰੀ ਤੇ ਮੌਜੂਦ ਆ। ਚਾਚਾ ਜੀ ਹੁਣਾਂ ਨੂੰ ਮਜ਼ੀਦ ਪਹੁੰਚੇ। ਚਾਚਾ ਜੀ ਅਸਲਾਮ ਵਾਲੇਕਮ, ਇੱਧਰ ਆਓ ਐ ਸਾਈਡ ਤੇ ਜਰਾ। ਚਾਚਾ ਜੀ ਇੱਧਰ ਜਰਾ। ਕੀ ਹਾਲ ਚਾਚਾ, ਠੀਕ ਠਾਕ ਹੋ? ਤੇ ਕੀ ਸੂਰਤ ਹਾਲ ਮਾਰਕੀਟ ਦੀ? ਸ਼ੁਕਰ ਹੈ ਖੁਦਾ ਦਾ, ਅੱਜ ਕੰਮ ਕਦੇ ਗਾਹਕ ਆ ਜਾਵੇ ਤੇ ਕੰਮ ਹੈ ਗਾਹਕ ਆਗਦੇ ਵੇਲੇ। ਅੱਛਾ ਤੇ ਕੈਸ਼ ਤੇ ਨਹੀਂ ਮਾਰਕੀਟ, ਮਤਲਬ ਸੇਲ ਹੀ ਹੈ, ਮਤਲਬ ਬੈਂਕ ਵਾਲੇ ਹੀ ਨਹੀਂ ਵਿਕ ਰਿਹਾ। ਹਾਂ ਕਿਆ ਹਿਸਾਬ? ਇਹ ਬੈਂਕ ਵਾਲੇ ਹੀ ਤੁਹਾਡੀ ਰੋਜ਼ੀ ਚਲਾਈ ਆਉਂਦੇ ਨੇ। ਚੱਲ ਰਹੇ ਤੇ ਕੈਸ਼ ਚਲਾ ਤੋਂ ਨਹੀਂ ਹੁੰਦਾ ਹਾਂ ਇਹ ਹੋ ਜੇ ਅੱਗੇ ਬੈਂਕ ਦਾ ਨਿਕਲੋ ਕਰਾਂਗਾ। ਚਾਚਾ ਜੀ ਇਹ ਦੱਸੋ ਇਹ ਕੀ ਰੇਟ ਜੀ ਇਹਨਾਂ ਦਾ ਜਰਾ? ਇਹ ਗਏ 500 ਦਾ ਟੋਟਲ ਅਸੀਂ ਕਰਾਉਣਾ ਹੈ ਟੋਟਲ ਕਰਾਣਾ 4.5 ਦਾ। 4.5 ਦਾ ਟੋਟਲ ਸਾਰਾ ਕੁਝ। ਸੀਟ ਕਵਰ ਅੰਡਰ ਬਟਨ ਨਹੀਂ ਮੈਂ ਕਹਿੰਦੀ ਤਾਂ ਮੈਂ ਆ ਭਾਈ ਸਟੈਂਡਰਡ। ਲਓ ਜੀ ਭਾਈ ਤੁਹਾਨੂੰ ਦੱਸਿਆ ਬਕਾਇਆ ਤੌਰ ਤੇ ਟਰੈਕਟਰ ਕੈਸ਼ ਮਾਰਕੀਟ ਬਿਲਕੁਲ 0 ਹੀ ਹੈ। ਟਰੈਕਟਰ ਜਿਹੜਾ ਵੀ ਸੇਲ ਹੋ ਰਿਹਾ ਬੈਂਕ ਵਾਲੇ ਟਰੈਕਟਰ ਸੇਲ ਹੋ ਰਿਹਾ। ਤੇ ਇਹ ਵੀ ਭਾਈ ਦਾ ਚੈੱਕ ਕਰੋ ਜੀ, ਕੰਪਨੀ ਚੋਂ ਨਿਕਲ ਕੇ ਆਏ ਆ। ਚੈੱਕ ਕਰੋ ਜੀ, ਇਹ ਵੀ ਪੈਂਥਰ ਟਾਇਰ ਹੈ। ਕੰਪਨੀ ਜ਼ਿਆਦਾ ਤਾਦਾਦ ਦੇ ਵਿੱਚ ਪੈਂਥਰ ਟਾਇਰ ਹੀ ਲਾ ਕੇ ਭੇਜ ਰਹੀ ਹੈ। ਤੇ ਇਹ ਜੀ ਭਾਈ ਉਹਨਾਂ ਨੂੰ ਡਿਲੀਵਰੀ ਮਿਲੀ ਹੈ ਜੀ ਬੈਂਕ ਦੀ, ਇਹਨਾਂ ਨੂੰ ਵੀ ਪੈਂਥਰ ਟਾਇਰ ਨੇ। ਤੇ
ਮਹਿੰਦੀ ਹਸਨ ਸਾਹਿਬ ਦੇ ਨੇ ਜੀ ਲੋਡਿੰਗ ਕਰਨ। ਸਲਾਮ ਅਲੈਕਮ। ਸੁਣਾਓ ਕੀ ਹਾਲ, ਠੀਕ ਠਾਕ ਹੋ? ਤੇ ਕੀ ਸੂਰਤ ਹਾਲ ਮਾਰਕੀਟ ਦੀ? ਭੈੜਾ ਹੀ ਹਾਲ। ਬੈਂਕ ਵਾਲੇ ਤੁਹਾਡੀ ਰੋਜ਼ੀ ਚਲਾਈ ਜਾ ਰਹੇ ਨੇ। ਚਲੋ ਅੱਲਾ ਖੈਰ। ਕਿਤੇ ਕਿੰਨਾ ਲੋਡਿੰਗ ਦਾ ਕਿੰਨਾ ਲੈ ਰਹੇ ਹੋ ਅੱਜ ਕੱਲ੍ਹ? 500 ਰੁਪਏ ਲਈਦਾ, ਕੋਈ ਜਿੱਦ ਲਾ ਦਿੰਦੇ, ਕੋਈ 200 ਦੇ। ਤੇ ਚਾਬੀ ਦਾ ਕਿੰਨਾ? ਚਾਬੀ ਦਾ 1000 ਰੁਪਏ ਮੰਗੀਦਾ। ਤੇ 1500 ਤੁਹਾਨੂੰ ਦੇ ਕੇ ਜਾਣਾ ਹੈ। 1000 ਰੁਪਏ ਦੇਈਦਾ। ਚਲੋ ਅੱਲਾ ਖੈਰ ਕਰੋ ਫਿਰ, ਲੋਡਿੰਗ ਕਰੋ ਬਿਸਮਿਲ੍ਲਾ। ਸਭ ਕਿਤੇ ਸਭ ਸ਼ੁਕਰ ਅੱਲਾ ਦਾ ਜੀ। ਬੜੇ ਦਿਨਾਂ ਬਾਅਦ ਆਇਆ, ਕਿੱਥੇ ਗਿਆ ਨੇ? ਮੈਂ ਇੱਥੇ ਹੁੰਦਾ ਭਾਈ, ਤੁਸੀਂ ਨਹੀਂ ਹੁੰਦੇ। ਕਿੱਥੇ ਆਇਆ? ਅਸੀਂ ਤਾਂ ਡੇਲੀ ਇੱਥੇ ਹੀ ਹੋਈਦਾ। ਲੋ ਜੀ ਭਾਈ ਲੋਡਿੰਗ ਕਰਨ ਲੱਗੇ ਆ ਜੀ ਹੁਣ। 385 ਟਰੈਕਟਰ ਬੈਂਕ ਦਾ ਲਿਆ ਭਾਜੀ ਹੁਣ। ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਦੋਸਤਾਂ ਨਾਲ, ਟਰੈਕਟਰਾਂ ਦੇ ਮਤਲਬ ਤਾਂ ਕਿ ਮਾਲੂਮਾਤ ਵਗੈਰਾ ਤੁਹਾਨੂੰ ਮਿਲਦੀ ਰਹੇ। ਮਾਰਕੀਟ ਦੇ ਡੇਲੀ ਤੁਹਾਨੂੰ ਅਪਡੇਟ ਵਗੈਰਾ ਦੇ ਰਹੀ ਹੋਈਦਾ। ਕੈਸ਼ ਰੇਟ ਕੀ ਚੱਲਣ ਡਿਆ, ਜੋ ਵੀ ਸੂਰਤ ਹਾਲ ਹੈ। ਕੈਸ਼ ਰੇਟ ਤਕਰੀਬਨ ਜਿਹੜਾ 34,65,000 ਚੱਲ ਰਿਹਾ ਨਵੀਂ ਇਨਵਾਈਸ ਵਾਲਾ। ਇਹਦੇ 'ਚ ਜਿਹੜੀ ਪੁਰਾਣੀ ਇਨਵਾਈਸ 32-13 ਵਾਲੀ ਉਹ ਤਕਰੀਬਨ 33-70-80 'ਚ ਸੇਲ ਹੋ ਰਿਹਾ ਦੋਸਤੋ। ਤਕਰੀਬਨ ਕੈਸ਼ ਮਾਰਕੀਟ ਸਮਝੋ 0-0 ਹੀ। ਇਸੇ ਵਜ੍ਹਾ ਤੋਂ ਕੋਈ ਫਿਕਸ ਰੇਟ ਨਹੀਂ ਹੈ। ਕੋਈ ਪਤਾ ਲੱਗੇ ਚਲੋ ਸੇਲ ਚੂਲ ਹੋਏ ਤਾਂ ਤੁਹਾਨੂੰ ਅਪਡੇਟ ਦਈਏ। ਫਿਲਹਾਲ ਦੂਜੇ ਵੀ ਮਾਡਲ ਤਕਰੀਬਨ ਸਾਰੇ ਜਿਹੜੇ ਨੇ 260-40 ਸਾਰੇ ਕੰਟਰੋਲ ਰੇਟ ਦੋਸਤੋ ਸੇਲ ਹੋ ਰਹੇ। तो दोस्तों वीडियो अच्छी लगी लाइक करेगा, दोस्तों लाजमी शेयर करो। इंशाल्लाह मिलते हैं नेक्स्ट वीडियो।